ਇਹ ਥਾਣੇ ਦੇ ਵਿੱਚ ਅਲੱਗ-ਅਲੱਗ ਕਮਰਿਆਂ ਦੇ ਵਿੱਚ ਤਸੀਹੇ ਦਿੰਦੇ ਆ, ਅਤਿਆਚਾਰ ਕਰਦੇ ਆ ਤੇ ਮੇਰੀ ਭੈਣ ਨੂੰ ਕਰੰਟ ਲਾਇਆ ਜਾਂਦਾ ਵਾ ਤੇ 17-16 ਸਾਲ ਲਗਾਤਾਰ ਮੰਜੇ ਤੇ ਪਈ ਰਹਿਣ ਤੋਂ ਬਾਅਦ ਆ ਲੰਘੀ 10 ਦਸੰਬਰ ਨੂੰ ਉਸ ਦੁਨੀਆ ਨੂੰ ਛੱਡ ਜਾਂਦੀ ਆ ਤੇ ਜਾਣ ਤੋਂ ਪਹਿਲਾਂ ਉਹ ਮੌਕੇ ਦੇ ਸਾਡੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਕੈਪਟਨ ਅਮਰਿੰਦਰ ਸਿੰਘ ਤੇ ਮਨੀਸ਼ਾ ਗੁਲਾਟੀ ਨੂੰ ਇੱਕ ਪੱਤਰ ਲਿਖਦੀ ਆ ਕਿ ਜਾਂ ਮੈਨੂੰ ਇਨਸਾਫ ਦੇ ਦਿਓ ਤੇ ਜਾਂ ਮੈਨੂੰ ਮੌਤ ਦੇ ਦਿਓ। ਇਸ ਪਰਚੇ ਦੇ ਦਰਜ ਹੋਣ ਤੋਂ ਬਾਅਦ ਵੀ ਅੱਜ ਤੱਕ ਜਿਹੜੇ ਦੋਸ਼ੀ ਆ ਉਹ ਸਿਰਫ ਖੁੱਲ੍ਹੇਆਮ ਹੀ ਨਹੀਂ ਘੁੰਮ ਰਹੇ, ਉਹ ਡਿਊਟੀ ਕਰ ਰਹੇ ਆ। ਪੁਲਿਸ ਵਾਲੇ ਸੰਗੀਨ ਧਾਰਾਵਾਂ ਅਧੀਨ, ਗੈਰ ਜ਼ਮਾਨਤੀ ਧਾਰਾਵਾਂ ਅਧੀਨ ਪਰਚਾ ਦਰਜ ਹੋਣ ਦੇ ਬਾਵਜੂਦ ਗੁਰਿੰਦਰ ਸਿੰਘ ਵੱਲ DSP ਬਹਾਦਰਗੜ੍ਹ PAP ਦੇ ਵਿੱਚ ਤਾਇਨਾਤ ਆ। 2 ਨੰਬਰ ਦੇ ਕੰਮ ਕਰਦਾ ਸੀਗਾ ਗੁਰਿੰਦਰ ਸਿੰਘ ਵੱਲ, 2 ਨੰਬਰ ਦਾ SHO ਲੱਗਿਆ ਸੀਗਾ ਕਿਉਂਕਿ ਉੱਥੇ ਥਾਣਾ ਹੀ ਹੈ ਨਹੀਂ। ਜਿਹੜਾ ਥਾਣਾ ਉਹ 2004 ਦੇ ਵਿੱਚ ਜਿਹਦਾ ਉਹ SHO ਕਹਿੰਦਾ, ਉਸ ਟਾਈਮ ਉਹ ਥਾਣਾ ਹੀ ਹੈ ਨਹੀਂ। ਜਦੋਂ ਥਾਣਾ ਹੀ ਹੈ ਨਹੀਂ ਤਾਂ ਫਿਰ SHO ਕਿਵੇਂ ਲੱਗ ਗਿਆ? ਕਿ ਵੀ ਪੁਰਾਣਾ ਜਿਹੜਾ ਖਾੜਕੂਬਾਦ ਦਾ ਕਾਲੇ ਦੌਰ ਦਾ ਟਾਈਮ ਸੀਗਾ, ਉਹਦੇ ਵਿੱਚ ਕੁਝ 2 ਨੰਬਰ ਦੇ ਥਾਣੇ, ਉਹਨਾਂ ਦਾ SHO ਇਹ ਵੀ ਉਹਨਾਂ ਦੇ ਵਿੱਚੋਂ ਇੱਕ ਸੀ ਜਿੱਥੇ 2 ਨੰਬਰ ਦੇ ਕੰਮ ਕੀਤੇ ਜਾਂਦੇ, ਅਤਿਆਚਾਰ ਕੀਤੇ ਜਾਂਦੇ, ਕਤਲੋ-ਗਾਰਦ ਕੀਤੀ ਜਾਂਦੀ ਆ, ਧੀਆਂ ਭੈਣਾਂ ਦੇ ਨਾਲ ਰੇਪ ਬਲਾਤਕਾਰ ਹੁੰਦੇ ਨੇ। ਇਹਨਾਂ ਥਾਣਿਆਂ ਦੇ ਵਿੱਚ ਇਹ ਕੁਝ ਹੁੰਦਾ ਰਿਹਾ ਵਾ ਤਾਂ ਇਹਨੇ ਫਿਰ ਇਸ ਜਿਹੜੀ ਮੇਰੀ ਭਤੀਜੀ ਦੀ ਸੁਸਾਈਡ ਦੀ ਘਟਨਾ ਸੀ ਉਹਨੂੰ ਮਰਡਰ ਬਣਾ ਕੇ ਮੇਰੇ ਤੇ ਥੱਪਤਾ। 2 ਫਰਜੀ ਗਵਾਹ ਬਣਾ ਲਏ, ਇੱਕ ਪੰਚ ਇੱਕ ਸਰਪੰਚ, ਤਾਂ ਮੈਂ ਸਿੱਟੇ ਵਜੋਂ ਜੇਲ੍ਹ ਚਲੇ ਜਾਣਾ। ਤੇ ਮੈਂ ਚਰਨਜੀਤ ਸਿੰਘ ਚੰਨੀ ਨੂੰ, ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀਆਂ ਪਾਉਂਦਾ ਰਿਹਾ ਵਾਂ, ਕਿਸੇ ਦਾ ਕੋਈ ਜਵਾਬ ਨਹੀਂ ਕਿਉਂਕਿ ਇਹਨਾਂ ਲੋਕਾਂ ਨੂੰ ਇਹੋ ਜਿਹੀਆਂ ਘਟਨਾਵਾਂ ਦੇ ਨਾਲ ਕੋਈ ਸਰੋਕਾਰ ਨਹੀਂ। ਇਹ ਸਿਰਫ ਅਮੀਰ ਘਰਾਂ 'ਚ ਜੰਮੇ, ਇਹਨਾਂ ਨੂੰ ਗਰੀਬਾਂ ਦੇ ਦੁੱਖਾਂ ਦਰਦਾਂ ਨਾਲ ਕੋਈ ਮਤਲਬ ਨਹੀਂਗਾ। ਇਹ ਸਗੋਂ ਇਹਨਾਂ ਨੂੰ ਇਹੋ ਜਿਹੇ SHO ਚਾਹੀਦੇ ਨੇ ਜਿਹੜੇ ਇਹਨਾਂ ਨੂੰ ਕਮਾਊ ਪੁੱਤ ਨੇ, ਇਹਨਾਂ ਦੇ ਲੋਕਾਂ ਤੇ ਅਤਿਆਚਾਰ ਕਰਕੇ ਉਹਨਾਂ ਦੀਆਂ ਜੇਬਾਂ 'ਚੋਂ ਪੈਸੇ ਕੱਢ ਕੇ ਇਹਨਾਂ ਨੂੰ ਕਮਾ ਕੇ ਦੇਣ। ਤੇ ਇਹ ਜਿਹੜਾ ਮੋਤੀ ਮਹਿਲ ਆ ਉਹਦੀ ਰੱਖਿਆ ਕਰਦਾ ਰਿਹਾ ਵਾ। ਕੈਪਟਨ ਅਮਰਿੰਦਰ ਸਿੰਘ ਮਹਾਰਾਣੀ ਪ੍ਰਨੀਤ ਕੌਰ ਦੇ ਨਾਂ ਦੇ ਉੱਤੇ ਫੋਨ ਜਾਂਦੇ ਰਹੇ ਆ। ਮੋਤੀ ਮਹਿਲ 'ਚੋਂ ਫੋਨ, ਜੇ ਤੁਸੀਂ ਕਾਲ ਰਿਕਾਰਡਿੰਗ ਕਢਾ ਲਓ, ਮੋਤੀ ਮਹਿਲ 'ਚੋਂ ਫੋਨ ਜਾਂਦੇ ਰਹੇ ਆ ਵੀ ਇਹਦੇ 'ਤੇ ਕੋਈ ਕਾਰਵਾਈ ਨਹੀਂ ਕਰਨੀ ਗੀ। ਕਹਿਣ ਦਾ ਮਤਲਬ ਕਿ ਸਾਰੇ ਉਹਦੇ ਰਕਸ਼ਕ ਨੇ। ਕਿਉਂ ਨੇ ਰਕਸ਼ਕ? ਕਿਉਂਕਿ ਸਾਨੂੰ ਪਤਾ ਵੀ ਸਾਡਾ ਜਿਹੜਾ ਸਿਸਟਮ ਆ, ਇਸ ਸਿਸਟਮ ਦੇ ਵਿੱਚ SHO ਤੋਂ ਲੈ ਕੇ DGP ਤੱਕ ਇਹ ਆਪਦੀ ਮਰਜ਼ੀ ਦੇ ਲਾਉਂਦੇ ਆ, ਜਿਨ੍ਹਾਂ ਤੋਂ ਇਹਨਾਂ ਨੇ ਜਾਇਜ਼ ਨਜਾਇਜ਼ ਗਲਤ ਕੰਮ ਕਰਾਉਣੇ ਹੁੰਦੇ ਆ। ਕੋਈ ਬਜ਼ੁਰਗ ਬੰਦਾ ਓਮ ਪ੍ਰਕਾਸ਼ ਉਹਨੇ ਉਹਦਾ ਪਲਾਟ ਵੇਚਿਆ 21 ਲੱਖ ਰੁਪਏ ਦਾ। ਇਹਨੂੰ ਪਤਾ ਲੱਗ ਗਿਆ ਰਾਤ ਨੂੰ 21 ਲੱਖ ਰੁਪਏ ਸਮੇਤ ਉਹਨੂੰ ਚੱਕ ਕੇ ਲੈ ਗਿਆ। ਰਾਤ ਨੂੰ ਸਾਰੀ ਰਾਤ ਨੂੰ ਨੰਗਾ ਖੜਾ ਰੱਖਿਆ। ਤੜਕੇ 4-5 ਵਜੇ ਹਾਈ ਕੋਰਟ ਦੇ ਬ੍ਰਾਂਟ ਅਫਸਰ ਦੀ ਰੇਡ ਉਹਦੇ ਪਰਿਵਾਰ ਨੇ ਪਵਾਤੀ, ਉਹ ਬਚ ਗਿਆ। ਪੁਲਿਸ ਉੱਤੇ ਇਲਜ਼ਾਮ ਲੱਗਦੇ ਆਏ ਨੇ, ਪਹਿਲਾਂ ਤੋਂ ਵੀ ਇਲਜ਼ਾਮ ਲੱਗਦੇ ਆਏ ਨੇ ਕਿ ਪੁਲਿਸ ਕਸਟਡੀ ਵਿੱਚ ਰੱਖ ਕੇ ਤਸ਼ੱਦਦ ਕਰਦੀ ਹੈ, ਕਈਆਂ ਦੀ ਮੌਤ ਵੀ ਹੋ ਜਾਂਦੀ ਹੈ। ਤੇ ਗੱਲ ਕਰਾਂਗੇ 2004-5 ਤੋਂ ਇੱਕ ਕੇਸ ਦੀ ਸ਼ੁਰੂਆਤ ਹੁੰਦੀ ਹੈ। ਇੱਕ ਕੁੜੀ ਨੂੰ, ਕੁਲਵੰਤ ਕੌਰ ਨੂੰ ਪੁਲਿਸ ਕਸਟਡੀ ਵਿੱਚ ਰੱਖਿਆ ਜਾਂਦਾ ਹੈ, ਕਿਹਾ ਜਾਂਦਾ ਕਿ ਉਸ ਨੂੰ ਕਰੰਟ ਲਗਾਇਆ ਜਾਂਦਾ ਹੈ। ਉਸ ਤੋਂ ਬਾਅਦ ਉਹ ਅਪਾਹਿਜ ਹੋ ਜਾਂਦੀ ਹੈ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਜਾਂਦੀ ਹੈ। ਉਸ ਦੇ ਭਰਾ ਇਕਬਾਲ ਸਿੰਘ ਅੱਜ ਤੱਕ ਇਨਸਾਫ ਮੰਗਦੇ ਆਏ ਨੇ, ਪਰ ਇਨਸਾਫ ਨਹੀਂ ਮਿਲਿਆ। ਆਪ ਵੀ ਇਸ ਕੇਸ ਨੂੰ ਲੈ ਕੇ ਜੇਲ੍ਹ ਵਿੱਚ ਚਲੇ ਗਏ, ਪਰ ਇਨਸਾਫ ਫਿਰ ਵੀ ਕਿਤੇ ਨਹੀਂ ਮਿਲਿਆ। ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਪਾਰਟੀ ਵੀ ਸੱਤਾ ਵਿੱਚ ਦੀ, ਗੁਹਾਰਾਂ ਵੀ ਲਗਾਈਆਂ ਗਈਆਂ, CM ਨੂੰ ਚਿੱਠੀਆਂ ਵੀ ਲਿਖੀਆਂ ਗਈਆਂ, ਪਰ ਇਨਸਾਫ ਫਿਰ ਨਹੀਂ ਮਿਲਿਆ। ਪ੍ਰੋਟੈਸਟ ਹੁੰਦੇ ਰਹੇ, ਅੱਜ ਵੀ ਪ੍ਰੋਟੈਸਟ ਹੋ ਰਿਹਾ। ਅੱਜ ਵੀ ਜੋ ਮਾਂ ਹੈ ਥਾਣਾ ਸਿਟੀ ਜਗਰਾਮ ਦੇ ਮੂਹਰੇ ਪ੍ਰੋਟੈਸਟ ਉੱਤੇ ਬੈਠੇ ਨੇ, ਪਰ ਫਿਰ ਵੀ ਇਨਸਾਫ ਨਹੀਂ ਮਿਲਿਆ। ਹਰ ਇੱਕ ਦਾ ਦਰਵਾਜ਼ਾ ਖਟਖਟਾ ਕੇ ਦੇਖਿਆ, ਪਰ ਇਨਸਾਫ ਫਿਰ ਨਹੀਂ ਮਿਲਿਆ। ਤੇ ਅੱਜ ਮੀਡੀਆ ਦੇ ਸਾਹਮਣੇ ਆਪਣੀ ਗੱਲਬਾਤ ਰੱਖਣ ਆਏ ਨੇ। ਪਹਿਲਾਂ ਵੀ ਮੀਡੀਆ ਗੱਲਬਾਤ ਨੂੰ ਚੁੱਕਦਾ ਆਇਆ ਹੈ, ਪਰ ਅੱਜ ਆਮ ਆਦਮੀ ਪਾਰਟੀ ਸੱਤਾ ਵਿੱਚ ਹੈ। ਇੱਕ ਆਸ ਦੀ ਕਿਰਨ ਦਿਖਾਈ ਦਿੰਦੀ ਹੈ ਕਿ ਇਨਸਾਫ ਮਿਲੂਗਾ। ਸਾਡੇ ਨਾਲ ਇਕਬਾਲ ਸਿੰਘ ਉਹ ਸ਼ਖਸ ਮੌਜੂਦ ਨੇ ਜਿਨ੍ਹਾਂ ਦੇ ਭੈਣ ਦੀ ਡੈਥ ਹੋ ਚੁੱਕੀ ਹੈ ਤੇ ਇਨਸਾਫ ਦੀ ਗੁਹਾਰ ਲਗਾਉਣ ਆਏ ਨੇ। ਕਿਵੇਂ ਉਹ ਸਭ ਕੁਝ ਵਾਪਰਦਾ, ਆਪਾਂ ਚਰਚਾ ਕਰਾਂਗੇ ਇਕਬਾਲ ਸਿੰਘ ਦੇ ਨਾਲ। ਇਕਬਾਲ ਜੀ, ਬਹੁਤ ਸਵਾਗਤ ਹੈ ਪੰਜਾਬ ਨਿਊਜ਼ ਤੇ। ਧੰਨਵਾਦ ਤੁਹਾਡਾ ਜੀ। 2004-5 ਤੋਂ ਗੱਲ ਸ਼ੁਰੂ ਕਰੀਏ। ਪ੍ਰੈਸ ਕਾਨਫਰੰਸ ਵੀ ਤੁਸੀਂ ਕੀਤੀ, ਗੱਲ ਵੀ ਕਹਿ ਰਹੇ ਸੀ। ਪਹਿਲਾਂ ਇਹ ਦੱਸ ਦਿਓ 2004-5 ਵਿੱਚ ਹੋਇਆ ਕੀ ਸੀ ਜਿਸ ਕਰਕੇ ਇਹ ਕੇਸ 2022 ਤੱਕ ਲਟਕਦਾ ਆਉਂਦਾ ਹੈ, ਔਰ ਕਿਹੜੇ ਪੁਲਿਸ ਆਫੀਸਰ ਸਨ ਜਿਨ੍ਹਾਂ ਨੂੰ ਲੈ ਕੇ ਅੱਜ ਤੁਸੀਂ ਪ੍ਰੈਸ ਕਾਨਫਰੰਸ ਕਰ ਰਹੇ ਹੋ, ਕਹਿ ਰਹੇ ਹੋ ਕਿ ਉਹਨਾਂ ਨੂੰ ਜੇਲ੍ਹ ਦੇ ਪਿੱਛੇ ਹੋਣਾ ਚਾਹੀਦਾ, ਬਕਾਇਦਾ FIR ਵੀ ਦਰਜ ਉਹਨਾਂ ਤੇ। 2031-7-2004 ਨੂੰ ਮੇਰੀ ਭਤੀਜੀ ਘਰ ਦੇ ਵਿੱਚ ਸੁਸਾਈਡ ਕਰ ਜਾਂਦੀ ਹੈ। 14-15 ਸਾਲ ਦੀ ਸੀਗੀ, 10ਵੀਂ ਦੇ ਵਿੱਚੋਂ ਵਧੀਆ ਨੰਬਰ ਆਏ, ਅੱਗੇ ਨਹੀਂ ਚੱਲ ਸਕੀ
ਤਾਂ ਉਹ ਦਿਮਾਗੀ ਤੌਰ ਤੇ ਅਪਸੈਟ ਹੋਣ ਕਰਕੇ ਸੁਸਾਈਡ ਕਰ ਜਾਂਦੀ ਹੈ। ਸਾਲ ਬਾਅਦ 14/7/2005 ਨੂੰ ਮੌਕੇ ਦਾ ਐਸਐਚਓ ਗੁਰਿੰਦਰ ਸਿੰਘ ਬੱਲ, ਜੋ ਆਪਣੇ ਆਪ ਨੂੰ ਥਾਣਾ ਸਿਟੀ ਜਗਰਾਉਂ ਦਾ ਐਸਐਚਓ ਕਹਿੰਦਾ ਸੀ, ਉਹ ਘਰੇ ਆਉਂਦਾ ਵਾ ਤੇ ਅੱਧੀ ਰਾਤ ਨੂੰ ਕੰਧਾਂ ਟੱਪ ਕੇ ਮੇਰੀ ਮਾਤਾ ਬਿਰਧ ਤੇ ਨੌਜਵਾਨ ਭੈਣ ਕੁਲਵੰਤ ਕੌਰ ਨੂੰ ਘਰੋਂ ਚੱਕ ਕੇ ਲੈ ਜਾਂਦਾ ਵਾ। ਤੇ ਰਾਤ ਨੂੰ ਇਹ ਜਿਹੜੇ 4-5 ਪੁਲਿਸ ਮੁਲਾਜ਼ਮ ਆ, ਇਹ ਥਾਣੇ ਦੇ ਵਿੱਚ ਅਲੱਗ-ਅਲੱਗ ਕਮਰਿਆਂ ਦੇ ਵਿੱਚ ਤਸੀਹੇ ਦਿੰਦੇ ਆ, ਅਤਿਆਚਾਰ ਕਰਦੇ ਆ ਤੇ ਮੇਰੀ ਭੈਣ ਨੂੰ ਕਰੰਟ ਲਾਇਆ ਜਾਂਦਾ ਵਾ। ਉਸ ਕਰੰਟ ਦੇ ਨਾਲ ਕੁਲਵੰਤ ਕੌਰ ਜਿਹੜੀ ਦੀ ਮੇਰੀ ਭੈਣ ਨਕਾਰਾ ਹੋ ਕੇ ਮੰਜੇ ਤੇ ਪੈ ਜਾਂਦੀ ਹੈ ਤੇ 17-16 ਸਾਲ ਲਗਾਤਾਰ ਮੰਜੇ ਤੇ ਪਈ ਰਹਿਣ ਤੋਂ ਬਾਅਦ ਆ ਲੰਘੀ 10 ਦਸੰਬਰ ਨੂੰ ਉਸ ਦੁਨੀਆ ਨੂੰ ਛੱਡ ਜਾਂਦੀ ਆ। ਤੇ ਜਾਣ ਤੋਂ ਪਹਿਲਾਂ ਉਹ ਮੌਕੇ ਦੇ ਸਾਡੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਕੈਪਟਨ ਅਮਰਿੰਦਰ ਸਿੰਘ ਤੇ ਮਨੀਸ਼ਾ ਗੁਲਾਟੀ ਨੂੰ ਇੱਕ ਪੱਤਰ ਲਿਖਦੀ ਆ ਕਿ ਜਾਂ ਮੈਨੂੰ ਇਨਸਾਫ ਦੇ ਦਿਓ ਤੇ ਜਾਂ ਮੈਨੂੰ ਮੌਤ ਦੇ ਦਿਓ। ਹੁਣ ਪਰਚਾ ਦਰਜ ਹੋਇਆ ਮੌਤ ਤੋਂ ਬਾਅਦ। ਉਸ ਟਾਈਮ ਦੇ ਐਸਐਚਓ ਜਿਹੜੇ ਪਰਚੇ ਦੀ ਮੰਗ ਅਸੀਂ ਪਹਿਲੇ ਦਿਨ ਤੋਂ ਕਰ ਰਹੇ ਹਾਂ, ਉਹ ਪਰਚਾ ਮੌਤ ਤੋਂ ਬਾਅਦ ਦਰਜ ਹੁੰਦਾ ਧਾਰਾ 304, 342, 34 SC/ST ਐਕਟ ਅਧੀਨ। ਪਰ ਇਸ ਪਰਚੇ ਦੇ ਦਰਜ ਹੋਣ ਤੋਂ ਬਾਅਦ ਵੀ ਅੱਜ ਤੱਕ ਜਿਹੜੇ ਦੋਸ਼ੀ ਆ ਉਹ ਸਿਰਫ ਖੁੱਲ੍ਹੇ ਆਮ ਹੀ ਨਹੀਂ ਘੁੰਮ ਰਹੇ, ਉਹ ਡਿਊਟੀ ਕਰ ਰਹੇ ਆ। ਪੁਲਿਸ ਵਾਲੇ ਸੰਗੀਨ ਧਾਰਾਵਾਂ ਅਧੀਨ, ਗੈਰ ਜ਼ਮਾਨਤੀ ਧਾਰਾਵਾਂ ਅਧੀਨ ਪਰਚਾ ਦਰਜ ਹੋਣ ਦੇ ਬਾਵਜੂਦ ਗੁਰਿੰਦਰ ਸਿੰਘ ਬੱਲ DSP ਬਹਾਦਰਗੜ੍ਹ PAP ਦੇ ਵਿੱਚ ਤਾਇਨਾਤ ਆ। ਨਾ ਉਹਦੇ ਕੋਲੇ ਕੋਈ ਅਰੈਸਟ ਸਟੇ ਆ, ਨਾ ਉਹਦੇ ਕੋਲੇ ਕੋਈ ਜ਼ਮਾਨਤ ਆ। ਸ਼ੈ ਕੇਸ ਦੀ ਹੈ। ਜੇ ਅੱਜ ਘੁੰਮਦੇ ਨੇ ਖੁੱਲ੍ਹੇਆਮ, ਤੁਸੀਂ ਕਹਿ ਦਿਓ ਕਿ FIR ਦਰਜ ਹੈ ਬਕਾਇਦਾ, ਫਿਰ ਸ਼ੈ ਕੇਸ ਦੀ ਹੋ ਸਕਦੀ ਹੈ। ਦੇਖੋ, ਮੁੱਖ ਰੂਪ ਦੇ ਵਿੱਚ ਸਹਿ ਆ ਵੱਡੇ ਸੀਨੀਅਰ ਪੁਲਿਸ ਅਧਿਕਾਰੀਆਂ ਦੀ, ਜਿਹਦੇ ਵਿੱਚ ਇੱਕ ਨੰਬਰ ਤੇ ਆਉਂਦਾ ਵਾ ਉਸ ਟਾਈਮ ਦਾ SSP ਰਾਜੀਵ ਅਹੀਰ, ਜਿਹੜਾ ਅੱਜ ਕੱਲ੍ਹ IB ਦੇ ਵਿੱਚ ਜੁਆਇੰਟ ਡਾਇਰੈਕਟਰ ਲੱਗਿਆ ਹੋਇਆ, ਜਿਹੜਾ ਸਿੱਧੇ ਰੂਪ ਦੇ ਵਿੱਚ ਕਹਿੰਦਾ ਵਾ ਕਿ ਬਈ ਇਹਦੇ ਤੇ ਕੋਈ ਕਾਰਵਾਈ ਨਹੀਂ ਹੋਣੀ ਚਾਹੀਦੀ ਗੀ। ਉਹ ਅਫਸਰਾਂ ਨੂੰ ਹਰ ਢੰਗ ਤਰੀਕੇ ਦੇ ਨਾਲ ਰੋਕਦਾ ਵਾ। ਇੱਥੋਂ ਤੱਕ ਕਿ ਉਹਨੇ ਪਿੱਛੇ ਜੇ ਇੱਕ ਲੈਟਰ ਵੀ ਲਿਖਿਆ ਇਸ ਕੰਮ ਦੇ ਵਿੱਚ ਕਿ ਮੈਂ ਸਾਰੇ ਕਾਸੇ ਦਾ ਜਿਹੜਾ ਸੁਪਰਵਾਈਜ਼ਰੀ ਅਫਸਰ ਰਿਹਾ ਵਾਂ, ਮੈਨੂੰ ਪਤਾ ਵਾ ਵੀ ਸੱਚਾਈ ਕੀ ਆ, ਕਿਉਂਕਿ ਉਹਨੂੰ ਪਤਾ ਵਾ ਵੀ ਇਹ ਜਿਹੜਾ ਘਟਨਾ ਦਾ ਜਾਂ ਇਸ ਅਤਿਆਚਾਰ ਦਾ ਜਿਹੜਾ ਸੇਕ ਆ ਉਹ ਮੇਰੇ ਤੱਕ ਪਹੁੰਚਣਾ ਹੀ ਪਹੁੰਚਣਾ ਵਾ। ਹੁਣ ਅਹਿਮ ਸਵਾਲ ਹੁੰਦਾ ਕਿ ਇਹ ਤੁਸੀਂ ਉਹ ਪੱਖ ਦੱਸਿਆ ਜੋ ਇੱਕ ਕੁੜੀ ਨੂੰ ਹੋਇਆ, ਜੋ ਤੁਹਾਡੀ ਭੈਣ ਨਾਲ ਹੋਇਆ, ਤੁਹਾਨੂੰ ਕਿਉਂ ਜੇਲ੍ਹ ਭੇਜਿਆ ਗਿਆ? ਤੁਸੀਂ ਇਹੋ ਜਿਹਾ ਕੀ ਕੰਮ ਕੀਤਾ ਜਾਂ ਤੁਹਾਡੇ ਤੇ ਵੀ ਕੋਈ ਝੂਠੇ ਪਰਚੇ ਪਾ ਕੇ ਤੁਹਾਨੂੰ ਵੀ ਜੇਲ੍ਹ ਭੇਜਿਆ ਗਿਆ? ਬਿਲਕੁਲ, ਇਸ ਅਤਿਆਚਾਰ ਨੂੰ ਲੁਕਾਉਣ ਲਈ ਤੇ ਕਿਉਂਕਿ ਵੀ ਉਹ 2 ਨੰਬਰ ਦੇ ਕੰਮ ਕਰਦਾ ਸੀਗਾ। ਗੁਰਿੰਦਰ ਸਿੰਘ ਬੱਲ 2 ਨੰਬਰ ਦਾ SHO ਲੱਗਿਆ ਸੀਗਾ, ਕਿਉਂਕਿ ਉੱਥੇ ਥਾਣਾ ਹੀ ਹੈ ਨਹੀਂ। ਜਿਹੜਾ ਥਾਣਾ ਉਹ 2004 ਦੇ ਵਿੱਚ ਜਿਹਦਾ ਉਹ SHO ਕਹਿੰਦਾ, ਉਸ ਟਾਈਮ ਉਹ ਥਾਣਾ ਹੀ ਹੈ ਨਹੀਂ। ਜਦੋਂ ਥਾਣਾ ਹੀ ਹੈ ਨਹੀਂ ਤਾਂ ਫਿਰ SHO ਕਿਵੇਂ ਲੱਗ ਗਿਆ? RTI ਦੇ ਵਿੱਚ ਮੈਂ ਰਿਕਾਰਡ ਇਹ ਪੁੱਛਿਆ ਕਿ ਵੀ ਉਹਦੇ ਹੁਕਮਾਂ ਦੀ ਕਾਪੀ ਦਿਓ ਮੈਨੂੰ, ਵੀ ਜਿਹੜੇ ਹੁਕਮਾਂ ਦੇ ਨਾਲ ਉਹ SHO ਲੱਗਿਆ। ਕਹਿੰਦੇ ਜੀ ਸਾਡੇ ਕੋਲ ਕੋਈ ਹੁਕਮ ਹੀ ਨਹੀਂ। ਕਿਉਂ ਨਹੀਂ? ਕਿਉਂਕਿ ਉਦੋਂ ਥਾਣਾ ਹੀ ਹੈ ਨਹੀਂ ਸੀਗਾ। ਤੇ ਫਿਰ ਹੁਕਮ ਕਿੱਥੋਂ ਆਉਣੇ ਆ ਜਦੋਂ ਥਾਣਾ ਹੀ ਹੈ ਨਹੀਂ? ਤਾਂ ਫਿਰ ਮੈਂ ਕਿਹਾ ਵੀ ਫਿਰ ਇਹ SHO ਕਿਵੇਂ ਲੱਗਦਾ ਰਿਹਾ? ਇਹਨੇ ਜਿਹੜੇ ਆ 22 ਮੁਕੱਦਮੇ ਦਰਜ ਕੀਤੇ, ਇਹ ਫਿਰ ਕਿਵੇਂ ਕਰਤੇ? ਉਹ ਕਹਿੰਦੇ ਜੀ ਉਸ ਟਾਈਮ ਦੇ ਅਫਸਰਾਂ ਦੇ ਜਵਾਨੀ ਹੁਕਮਾਂ ਦੇ ਉੱਤੇ SHO ਲੱਗਿਆ ਸੀ। ਜਵਾਨੀ ਹੁਕਮਾਂ ਦਾ ਮਤਲਬ ਕੀ ਆ ਕਿ ਵੀ ਪੁਰਾਣਾ ਜਿਹੜਾ ਖਾੜਕੂਬਾਦ ਦਾ ਕਾਲੇ ਦੌਰ ਦਾ ਟਾਈਮ ਸੀਗਾ, ਉਹਦੇ ਵਿੱਚ ਕੁਝ 2 ਨੰਬਰ ਦੇ ਥਾਣੇ, ਉਹਨਾਂ ਦਾ SHO ਇਹ ਵੀ ਉਹਨਾਂ ਦੇ ਵਿੱਚੋਂ ਇੱਕ ਸੀ, ਜਿੱਥੇ 2 ਨੰਬਰ ਦੇ ਕੰਮ ਕੀਤੇ ਜਾਂਦੇ, ਅਤਿਆਚਾਰ ਕੀਤੇ ਜਾਂਦੇ, ਕਤਲੋ ਗਾਰਦ ਕੀਤੀ ਜਾਂਦੀ ਆ, ਧੀਆਂ ਭੈਣਾਂ ਦੇ ਨਾਲ ਰੇਪ ਬਲਾਤਕਾਰ ਹੁੰਦੇ ਨੇ। ਇਹਨਾਂ ਥਾਣਿਆਂ ਦੇ ਵਿੱਚ ਇਹ ਕੁਝ ਹੁੰਦਾ ਰਿਹਾ ਵਾ। ਅੱਛਾ, ਇਸ ਤੋਂ ਬਾਅਦ ਇਸ ਬੰਦੇ ਨੇ ਵੀ ਇਸ ਥਾਣੇ ਦਾ 2 ਨੰਬਰ ਦਾ ਜਾਲੀ SHO ਹੁੰਦਿਆਂ ਹੋਇਆਂ ਪਤਾ ਨਹੀਂ ਕਿੰਨੇ ਜਗਰਾਉਂ ਦੇ ਲੋਕਾਂ ਦੇ ਉੱਤੇ ਅਤਿਆਚਾਰ ਕੀਤੇ। ਉਹਦੀਆਂ ਸ਼ਿਕਾਇਤਾਂ ਸਾਡੇ ਕੋਲ, ਉਹ ਸ਼ਿਕਾਇਤਾਂ ਜਦੋਂ ਅਸੀਂ ਪੁੱਟ ਕਰਦੇ ਸੀ ਤਾਂ ਫਿਰ ਅਸੀਂ ਇਹਦੀ ਨਿਗਾਹ ਦੇ ਵਿੱਚ, ਇਹਦੀਆਂ ਅੱਖਾਂ ਦੇ ਵਿੱਚ ਰੜਕਦੇ ਸੀ। ਤਾਂ ਇਹਨੇ ਫਿਰ ਇਸ ਜਿਹੜੀ ਮੇਰੀ ਭਤੀਜੀ ਦੀ ਸੁਸਾਈਡ ਦੀ ਘਟਨਾ ਸੀ, ਉਹਨੂੰ ਮਰਡਰ ਬਣਾ ਕੇ ਮੇਰੇ ਤੇ ਥੱਪਤਾ। 2 ਫਰਜ਼ੀ ਗਵਾਹ ਬਣਾ ਲਏ, ਇੱਕ ਪੰਚ ਇੱਕ ਸਰਪੰਚ। ਤਾਂ ਮੈਂ ਸਿੱਟੇ ਵਜੋਂ ਜੇਲ੍ਹ ਚਲੇ ਜਾਣਾ। ਮੈਂ ਕਿੰਨੇ ਸਾਲ ਕੈਦ ਹੁੰਦੀ ਹੈ? ਨਹੀਂ, ਕੈਦ ਨਹੀਂ ਹੁੰਦੀ ਗੀ, ਸਿਰਫ ਉਹ 'ਚੋਂ ਬਰੀ ਹੋ ਜਾਣਾ ਮੈਂ 10 ਸਾਲਾਂ ਬਾਅਦ। ਪਰ 3 ਸਾਲ ਮੈਂ ਜੇਲ੍ਹ ਦੇ ਵਿੱਚ ਐਜ ਅੰਡਰ ਟ੍ਰਾਇਲ ਰਿਹਾ। ਜੋ ਤੁਸੀਂ ਹੁਣ ਗੱਲਬਾਤ ਕਰਦੇ ਹੋ, ਤੁਸੀਂ ਹਾਈ ਕੋਰਟ ਵੀ ਜਾਂਦੇ ਹੋ, ਕੋਰਟ ਵੀ ਜਾਂਦੇ ਹੋ, ਕੋਰਟ ਕੀ ਕਹਿੰਦੀ ਹੈ ਇਹਨਾਂ ਦੇ ਖਿਲਾਫ? ਜੋ ਤੁਸੀਂ ਨਾਮ ਲੈ ਦਿਓ ਪੁਲਿਸ ਅਫਸਰਾਂ ਦੇ, ਕੋਰਟ ਨੇ ਫਿਰ ਕੀ ਕਿਹਾ? ਦੇਖੋ, ਅਦਾਲਤ ਨੇ ਤਾਂ ਸਿਰਫ ਮੈਨੂੰ ਜ਼ਮਾਨਤ ਦਿੱਤੀ ਤੇ ਬਰੀ ਕਰਤਾ। ਦੂਜੇ ਪਾਸੇ ਬਰੀ ਦੇ ਖਿਲਾਫ ਸਰਕਾਰ ਆ ਜਿਹੜੀ ਪ੍ਰੋਸੀਕਿਊਸ਼ਨ ਨੇ ਲਿਖ ਕੇ ਦਿੱਤਾ ਕਿ ਇਹ ਕੇਸ ਇੰਨਾ ਝੂਠਾ ਵਾ, ਫੇਕ ਆ, ਕਿ ਇਹਦੇ ਵਿੱਚ ਜਿਹੜਾ ਅਪੀਲ ਹੋ ਹੀ ਨਹੀਂ ਸਕਦੀ ਗੀ। ਮਤਲਬ ਇੰਨਾ ਫਰਜ਼ੀ ਕੇਸ ਆ, ਝੂਠੇ ਗਵਾਹ ਹੀ ਨਹੀਂ, ਸਿਰਫ ਰਿਕਾਰਡ ਵੀ ਸਾਰੇ ਦਾ ਸਾਰਾ ਝੂਠਾ ਵਾ।
ਆਈਪੀਸੀ ਦੀ ਇੱਕ ਧਾਰਾ ਵਾ ਵੀ ਜੇਕਰ ਕੋਈ ਫਰਜ਼ੀ ਲੋਕ ਸੇਵਕ ਜਾਂਦੀ ਐਸਐਚਓ ਫਰਜ਼ੀ ਗਵਾਹ ਤੇ ਫਰਜ਼ੀ ਰਿਕਾਰਡ ਬਣਾ ਕੇ ਕਿਸੇ ਤੇ ਝੂਠਾ ਕੇਸ ਬਣਾਉਂਦਾ ਤਾਂ ਜਿਹੜੀ ਸਜ਼ਾ ਮੈਨੂੰ ਹੋਣੀ ਸੀ ਉਹੀ ਸਜ਼ਾ ਉਹਨੂੰ ਹੋਣੀ ਆ ਜੇਕਰ ਉਹਦੇ ਤੇ ਕਾਨੂੰਨੀ ਕਾਰਵਾਈ ਹੁੰਦੀ ਆ। ਪਰ ਕਾਨੂੰਨੀ ਕਾਰਵਾਈ ਕਰਨੀ ਕਿਹਨੇ ਆ? ਵੱਡੇ ਪੁਲਿਸ ਅਫਸਰਾਂ ਨੇ। ਉਹ ਕਿਉਂ ਨਹੀਂ ਕਰਦੇ? ਕਿਉਂਕਿ ਉਹ ਇਹਦੇ ਵਿੱਚ ਭਾਗੀਦਾਰ ਨੇ, ਹਮਾਮ 'ਚ ਸਭ ਨੰਗੇ ਨੇ, ਸਭ ਚੋਰ ਰਲੇ ਹੋਏ ਨੇ। ਕਿ ਮੁੱਖ ਮੰਤਰੀ ਨੂੰ ਚਿੱਠੀਆਂ ਲਿਖੀਆਂ, ਚੰਨੀ ਸਾਹਿਬ ਹੋ ਗਏ, ਪ੍ਰਕਾਸ਼ ਸਿੰਘ ਬਾਦਲ ਹੋ ਗਏ, ਕੈਪਟਨ ਸਾਹਿਬ ਹੋ ਗਏ, ਗੱਲ ਆਪਣੀ ਰੱਖੀ ਇਹਨਾਂ ਅੱਗੇ ਵੀ ਆਹ ਸਮੱਸਿਆ ਹੈਗੀ ਹੈ, ਐਫਏ ਦਰਜ ਹੋ ਚੁੱਕੀ ਹੈ, ਪਰ ਫਿਰ ਵੀ ਪੁਲਿਸ ਵਾਲੇ ਅਰੈਸਟ ਨਹੀਂ ਹੋ ਰਹੇ। ਦੇਖੋ, ਜਿੱਥੋਂ ਤੱਕ ਤਾਂ ਚਿੱਠੀਆਂ ਦੀ ਗੱਲ ਆ ਤਾਂ ਮੈਂ ਡਾਕ ਦੇ ਵਿੱਚ ਸੈਂਕੜੇ ਚਿੱਠੀਆਂ ਲਿਖ ਚੁੱਕਿਆ, ਇੱਕ ਨਹੀਂ ਸੈਂਕੜੇ, ਕਿਉਂਕਿ ਕੁੱਲ ਹੁਣ ਤੱਕ ਮੈਂ 10-12 ਹਜ਼ਾਰ ਸ਼ਿਕਾਇਤਾਂ ਕਰ ਚੁੱਕਿਆ ਮੈਂ ਐਸਐਚਓ ਐਸਐਸਪੀ ਜਗਰਾਉਂ ਤੋਂ ਲੈ ਕੇ ਯੂਐਨਓ ਤੱਕ। ਪਰ ਸਾਰੀਆਂ ਚਿੱਠੀਆਂ ਹੀ ਇਹ ਮੁੱਖ ਮੰਤਰੀ ਕਿੱਥੇ ਪੜ੍ਹਦੇ ਨੇ? ਇਹਦੇ ਜਿਹੜਾ WhatsApp ਜਾਂ ਸੋਸ਼ਲ ਮੀਡੀਆ ਅੱਜ ਕੱਲ੍ਹ ਸਭ ਤੋਂ ਵੱਧ ਚੱਲਦਾ ਵਾ, ਆਪਾਂ ਕਹਿ ਦਿੰਦੇ ਆ ਸੋਸ਼ਲ ਮੀਡੀਆ ਦੇ ਉੱਤੇ ਮੈਂ ਚਰਨਜੀਤ ਸਿੰਘ ਚੰਨੀ ਨੂੰ, ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀਆਂ ਪਾਉਂਦਾ ਰਿਹਾ ਵਾਂ, ਕਿਸੇ ਦਾ ਕੋਈ ਜਵਾਬ ਨਹੀਂ। ਕਿਉਂਕਿ ਇਹਨਾਂ ਲੋਕਾਂ ਨੂੰ ਇਹੋ ਜਿਹੀਆਂ ਘਟਨਾਵਾਂ ਦੇ ਨਾਲ ਕੋਈ ਸਰੋਕਾਰ ਨਹੀਂ। ਇਹ ਸਿਰਫ ਅਮੀਰ ਘਰਾਂ 'ਚ ਜੰਮੇ, ਇਹਨਾਂ ਨੂੰ ਗਰੀਬਾਂ ਦੇ ਦੁੱਖਾਂ ਦਰਦਾਂ ਨਾਲ ਕੋਈ ਮਤਲਬ ਨਹੀਂਗਾ। ਇਹ ਸਗੋਂ ਇਹਨਾਂ ਨੂੰ ਇਹੋ ਜਿਹੇ ਐਸਐਚਓ ਚਾਹੀਦੇ ਨੇ ਜਿਹੜੇ ਇਹਨਾਂ ਨੂੰ ਕਮਾਊ ਪੁੱਤ ਨੇ, ਇਹਨਾਂ ਦੇ ਲੋਕਾਂ ਤੇ ਅਤਿਆਚਾਰ ਕਰਕੇ ਉਹਨਾਂ ਦੀਆਂ ਜੇਬਾਂ 'ਚੋਂ ਪੈਸੇ ਕੱਢ ਕੇ ਇਹਨਾਂ ਨੂੰ ਕਮਾ ਕੇ ਦੇਣ। ਇਸ ਕਰਕੇ ਇਹਨਾਂ ਤੋਂ ਇਨਸਾਫ ਦੀ ਜਿਹੜੀ ਸਿੱਧੇ ਰੂਪ ਦੇ ਵਿੱਚ ਉਮੀਦ ਕਰਨੀ ਬਹੁਤ ਔਖੀ ਆ। ਮੈਂ ਆਪਦੇ ਇਸ ਪ੍ਰੈਕਟੀਕਲ ਦੇ ਇਸ ਘਟਨਾ ਦੇ ਵਿੱਚ ਦੇਖਿਆ ਕਿ ਮੈਂ ਪਤਾ ਨਹੀਂ ਕਿੰਨੀਆਂ ਚਿੱਠੀਆਂ ਇਹ ਮੁੱਖ ਮੰਤਰੀਆਂ ਨੂੰ ਮਿਲਣ ਵਾਸਤੇ ਪਾਈਆਂ, ਪਰ ਕਿਸੇ ਦਾ ਕਦੇ ਕੋਈ ਜਵਾਬ ਨਹੀਂ। ਜਦੋਂ ਆਰਟੀਆਈ ਪਾ ਕੇ ਪੁੱਛਦੇ ਆ ਕਿ ਮੇਰੀ ਚਿੱਠੀ ਦੇ ਉੱਤੇ ਕੀ ਕਾਰਵਾਈ ਹੋਈ ਆ ਤਾਂ ਕੋਈ ਇਸ ਗੱਲ ਦਾ ਜਵਾਬ ਨਹੀਂ ਕਿ ਵੀ ਮਿਲਣ ਦਾ ਅਸੀਂ ਕੀ ਕਾਰਵਾਈ ਕਰ ਰਹੇ ਆ, ਅੰਡਰ ਪ੍ਰੋਸੈਸ ਆ, ਕਾਰਵਾਈ ਚੱਲ ਰਹੀ ਆ, ਅਜੇ ਬਿਜੀ ਨੇ। ਇਸ ਤਰ੍ਹਾਂ ਦੇ ਜਵਾਬ ਆਉਂਦੇ ਨਹੀਂ। ਮੈਂ ਤੁਹਾਡੇ ਕੋਲ ਦੁਬਾਰਾ ਫਿਰ ਆਉਣਾ, ਜੋ ਇਹ ਗੱਲ ਰੱਖਦੇ ਨੇ ਇਸ ਸਮੇਂ, ਤੁਸੀਂ ਵਕੀਲ ਹੋ ਇਹਨਾਂ ਦੇ, ਕੋਰਟ ਵਿੱਚ ਕੇਸ ਜੇ ਗਿਆ, ਹੁਣ ਕੋਰਟ ਕੀ ਕਹਿ ਰਹੀ ਇਸ ਕੇਸ ਤੇ? ਸਰ ਕੋਰਟ 'ਚ ਐਕਚੁਅਲ 'ਚ ਕੇਸ ਅਜੇ ਗਿਆ ਹੀ ਨਹੀਂਗਾ। ਪੁਲਿਸ ਵਾਲੇ ਇੰਨਾ ਕੁ ਬਚਾਉਣ ਦੀ ਕੋਸ਼ਿਸ਼ ਕਰ ਰਹੇ ਆ ਆਪਦੇ ਮੁਲਾਜ਼ਮਾਂ ਨੂੰ ਵੀ ਉਹਨਾਂ ਨੇ ਇੱਕ ਸਿੰਪਲ ਉਹਨਾਂ ਨੂੰ ਇਨਵੈਸਟੀਗੇਸ਼ਨ ਜੁਆਇਨ ਵੀ ਨਹੀਂ ਕਰਾਈ। ਇੱਕ ਇਹ FIR ਪਹਿਲੀ ਗੱਲ ਤਾਂ ਨਾਨ ਅਵੇਲੇਬਲ ਆਫੈਂਸਿਸ ਉਹ 'ਚ ਕੱਟੀ ਨਹੀਂ ਪੂਰੀ, SC ST ਐਕਟ ਨੂੰ ਛੱਡ ਕੇ ਸਿਰਫ ਬਾਕੀ ਜਿਹੜੇ IPC ਦੇ ਆ ਉਹ ਸਿਰਫ ਬੇਲੇਬਲ ਆਫੈਂਸਿਸ 'ਚ ਕੱਟਦੇ। ਠੀਕ ਹੈ, ਨੋ ਡਾਊਟ ਵੀ SC ST ਐਕਟ ਲੱਗਿਆ ਹੋਇਆ, ਉਹਦੇ ਵਿੱਚ ਉਹਨਾਂ ਦੀ ਅਰੈਸਟ ਵੀ ਜ਼ਰੂਰੀ ਆ ਕਿਉਂਕਿ ਉਹ ਇੱਕ ਸਬੂਤਾਂ ਦੇ ਨਾਲ ਛੇੜਖਾਨੀ ਕਰ ਸਕਦੇ, ਜੋ ਪਹਿਲੋਂ ਵੀ ਕਰ ਚੁੱਕੇ ਆ, ਹੁਣ ਵੀ ਕਰ ਸਕਦੇ ਲੇਟੈਸਟ। ਉਹਦੇ ਵਿੱਚ ਉਦੋਂ ਬਾਅਦ ਇਨਵੈਸਟੀਗੇਸ਼ਨ ਜੁਆਇਨ ਕਰਨ ਦੇ ਲਈ ਨੋਟਿਸ ਜਾਂਦਾ ਹੁੰਦਾ, ਜਿਹਨੂੰ ਅਸੀਂ 41A ਦਾ ਵੀ ਕਈ ਕੇਸਾਂ 'ਚ ਜਾਂਦੇ ਆ। ਠੀਕ ਹੈ ਜੀ, ਉਹਦੇ ਵਿੱਚ ਕੀ ਹੁੰਦਾ ਜੀ, ਅਗਰ ਤੁਸੀਂ ਅਰੈਸਟ ਰੇਡ ਨਹੀਂ ਮਾਰਨੀ ਤਾਂ ਤੁਸੀਂ ਆ ਕੇ ਜੁਆਇਨ ਕਰੋ ਇਨਵੈਸਟੀਗੇਸ਼ਨ ਤੇ ਅਸੀਂ ਅੱਗੇ ਕਾਰਵਾਈ ਪਾਈਏ। ਇਹਦੇ ਵਿੱਚ ਜਿਹੜੀ ਗੱਲ ਚੱਲ ਰਹੀ ਆ ਵੀ ਟੂ ਕੋਰਟ ਤਾਂ ਉਦੋਂ ਹੋਣਾ ਜਦੋਂ ਉਹ ਅਰੈਸਟ ਆਪਦੀ ਜੁਆਇਨ ਕਰਨਗੇ ਇਨਵੈਸਟੀਗੇਸ਼ਨ ਤੇ ਉਦੋਂ ਬਾਅਦ ਪ੍ਰੋਸੀਡਿੰਗ ਨੂੰ ਖਤਮ, ਕਿਉਂਕਿ ਉਦੋਂ ਬਾਅਦ 90 ਦਿਨ ਦਾ ਪੀਰੀਅਡ ਸ਼ੁਰੂ ਹੋਣਾ। ਚਲਾਨ ਵੀ ਤਾਂ ਪੇਸ਼ ਕਰਨਾ ਹੁੰਦਾ, ਫਿਰ ਚਲਾਨ ਵੀ ਨਹੀਂ ਪੇਸ਼ ਕੀਤਾ। ਚਲਾਨ ਸਰ ਆਫਟਰ ਅਰੈਸਟ ਹੀ ਹੋਏਗਾ, ਚਾਹੇ ਫਾਰਮਲ ਅਰੈਸਟ ਹੋਵੇ ਚਾਹੇ ਜੇਲ੍ਹ 'ਚ ਜਾਵੇ ਬੰਦਾ। ਅਰੈਸਟ ਦਾ ਮਤਲਬ ਇਹ ਨਹੀਂ ਵੀ ਜੇਲ੍ਹ 'ਚ ਹੀ ਜਾਏਗਾ, ਉਹਨੂੰ ਹੁੰਦਾ ਵੀ ਇੱਕ ਇਨਵੈਸਟੀਗੇਸ਼ਨ ਜਿਹੜਾ ਤਫਤੀਸ਼ੀ ਅਫਸਰ ਆ, ਤਫਤੀਸ਼ੀ ਅਫਸਰ ਨੇ ਆਪਦੇ ਕੋਲ ਕਾਗਜ਼ਾਂ ਦੇ ਵਿੱਚ ਅਰੈਸਟ ਪਾ ਲਈ, ਬੰਦਾ ਜੁਆਇਨ ਕਰਾ ਲਿਆ, ਉਦੋਂ ਬਾਅਦ ਉਹਨਾਂ ਨੇ ਆਪਦੇ ਬਿਆਨ ਲਿਖ ਲਏ ਜਾਂ ਕੁਛ ਕਰ ਲਿਆ, ਉਹ ਦੈਟ ਇਜ਼ ਅ ਮੈਟਰ ਆਫ ਇਨਵੈਸਟੀਗੇਸ਼ਨ ਵੀ ਉਹਨਾਂ ਨੇ ਕਲੈਕਸ਼ਨ ਆਫ ਐਵੀਡੈਂਸ ਕਰਨੀ ਆ, ਉਹ ਇਨਵੈਸਟੀਗੇਸ਼ਨ ਦਾ ਮਸਲਾ। ਇਹਦੇ ਵਿੱਚ ਤਾਂ ਜੀ ਪੁਲਿਸ ਹਜੇ ਸਟਾਰਟ ਵੀ ਨਹੀਂ ਹੋਈ, ਸਿਰਫ ਇੱਕ ਪ੍ਰੈਮਾ ਫਸਾਈ ਆਫੈਂਸ ਨੂੰ ਦੇਖਦੇ ਹੋਏ ਉਹਨਾਂ ਨੇ ਇੱਕ ਰਿਪੋਰਟ ਦਰਜ ਕੀਤੀ ਹੈ ਜਿਹਨੂੰ ਅਸੀਂ FIR ਦਾ ਨਾਂ ਲੈ ਰਹੇ ਹਾਂ। ਉਦੋਂ ਬਾਅਦ ਤਾਂ ਕਹਿ ਦਈਏ ਵੀ ਜ਼ੀਰੋ ਤੇ ਹੀ ਖੜਾ ਵਾ, ਨਾ ਤਾਂ ਕੁਛ ਅੱਗੇ ਵਧਿਆ ਨਾ ਹੀ ਉਹ ਹੁਣ ਸਗੋਂ ਉਸ FIR ਨੂੰ ਵੀ ਕੈਂਸਲ ਕਰਨ ਵਾਲੇ ਪਿੱਛੇ ਤੁਰੇ ਆ ਵੀ ਆਪਾਂ ਗਾਂਹ ਨੂੰ ਨਹੀਂ ਲੈ ਕੇ ਜਾਣਾ, ਅਰੈਸਟ ਪਾਉਣ ਦੀ ਲੋੜ ਹੀ ਨਹੀਂ, ਆਪਾਂ ਇੱਥੇ ਹੀ ਖਤਮ ਕਰ ਦੇਣਾ। ਅੱਛਾ, ਹੁਣ ਸਵਾਲ ਹੈ ਕਿ ਅਰੈਸਟ ਨਹੀਂ ਹੋ ਰਹੀ, ਤੁਸੀਂ ਕਹਿੰਦੇ ਵੀ FIR ਦਰਜ ਹੋ ਚੁੱਕੀ ਜਿਨ੍ਹਾਂ ਦੇ ਨਾਮ ਲਏ ਨੇ, ਹੁਣ FIR ਦਰਜ ਹੋਏਗੀ ਤਾਂ ਅੱਗੇ ਚਲਾਨ ਪੇਸ਼ ਹੋਊਗਾ, ਕੋਰਟ ਵਿੱਚ ਜਾਣਗੇ। ਤੁਸੀਂ ਕਹਿੰਦੇ ਵੀ ਸ਼ਾਇਦ ਵੀ ਤੁਸੀਂ ਦੱਸੀ ਵੀ ਵੱਡੇ ਵੱਡੇ ਅਫਸਰਾਂ ਦੀ ਹੈ, ਫਿਰ ਇਨਸਾਫ ਲਈ ਤੁਸੀਂ ਚਿੱਠੀਆਂ ਲਿਖੀਆਂ ਮੁੱਖ ਮੰਤਰੀ ਨੂੰ, ਇੰਨਾ ਮੀਡੀਆ ਦੇ ਵਿੱਚ ਮਾਮਲਾ ਆਇਆ, ਸਾਲ ਤੋਂ ਇਹ ਮਾਮਲਾ ਲਟਕਦਾ ਆ ਰਿਹਾ, ਫਿਰ ਇੰਨਾ ਲੰਮਾ ਸਮਾਂ ਕਿਉਂ ਪੈ ਰਿਹਾ? ਇੰਨਾ ਲੰਮੇ ਸਮਾਂ ਦੇ ਵਿੱਚ ਕਿਉਂ ਬਾਅਦ ਨੇ, ਕਿਉਂ ਨਹੀਂ ਅੱਗੇ FIR ਦਰਜ ਹੋ ਚੁੱਕੀ, ਅੱਗੇ ਕਾਰਵਾਈ ਹੁੰਦੀ? ਦੇਖੋ, ਮੈਂ ਪਹਿਲਾਂ ਵੀ ਇਹ ਗੱਲ ਦੱਸੀ ਆ ਵੀ ਉਹਨੂੰ ਬਚਾਉਣ ਦੇ ਵਿੱਚ ਸਭ ਤੋਂ ਵੱਡਾ ਹੱਥ SSP, ਉਸ ਟਾਈਮ ਦੇ SSP ਰਾਜੀਵ ਹੀਰ, ਜਿਹੜਾ ਕਿ ਹੁਣ IB ਦੇ ਵਿੱਚ ਜੁਆਇੰਟ ਡਾਇਰੈਕਟਰ, ਸਭ ਤੋਂ ਵੱਡਾ ਹੱਥ ਉਹਦਾ ਵਾ। 2 ਨੰਬਰ ਦੇ ਉੱਤੇ ਉਸ ਟਾਈਮ ਦਾ ਜਿਹੜਾ DSP ਗੁਰਜੀਤ ਰਮਾਣਾ, ਜਿਹੜਾ DGP ਦਾ ਲੀਗਲ ਐਡਵਾਈਜ਼ਰ ਰਿਹਾ ਵਾ ਰਿਟਾਇਰ ਹੋਣ ਤੋਂ ਬਾਅਦ, ਉਹਦਾ ਹੱਥ ਆ। ਮਿਲੇ ਸਾਰੇ ਇਹ ਰਲ ਕੇ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਆ ਤਾਂ ਕਿ ਸੇਕ ਉਹਦੇ ਤਾਂ ਉਹਨਾਂ ਤੱਕ ਨਾ ਪਹੁੰਚੇ, ਕਿਉਂਕਿ ਨੈਚੁਰਲੀ ਆ ਕਿ ਵੀ ਜਿਹੜਾ ਸੁਪਰਵਾਈਜ਼ਰੀ ਅਫਸਰ ਉਹਦੇ ਤੱਕ ਸੇਕ ਉਹਦਾ ਪਹੁੰਚਣਾ ਹੀ ਪਹੁੰਚਣਾ ਹੁੰਦਾ ਵਾ। ਔਰ DGP ਰਜਿੰਦਰ ਸਿੰਘ ਜੀ ਹਿਊਮਨ ਰਾਈਟ ਦੇ, ਉਹਨਾਂ ਨੇ ਆਪਦੀ ਪੜਤਾਲ ਦੇ ਵਿੱਚ ਰਾਜੀਵ ਹੀਰ ਨੂੰ ਮੁੱਖ ਦੋਸ਼ੀ ਵੀ ਠਹਿਰਾਇਆ ਵਾ, ਉਹਨੂੰ ਜ਼ਿੰਮੇਵਾਰ ਠਹਿਰਾਇਆ ਸਾਰੇ ਘਟਨਾਕ੍ਰਮ ਲਈ, ਸਾਰੇ ਅਤਿਆਚਾਰਾਂ ਲਈ, ਕਿਉਂਕਿ SSP ਨੂੰ ਪਤਾ ਹੁੰਦਾ ਵਾ ਕਿ ਮੇਰੇ ਥਾਣੇ ਦੇ ਵਿੱਚ ਕੀ ਹੋ ਰਿਹਾ ਕੀ ਨਹੀਂ ਹੋ
ਹੋ ਰਿਹਾ, ਉਹ ਜ਼ਿੰਮੇਵਾਰ ਆ ਹਰ ਘਟਨਾ ਲਈ। ਜੇ ਸਾਡੇ ਮਾਮਲੇ ਦੇ ਵਿੱਚ ਇਹ ਅਤਿਆਚਾਰ ਉਹਦੇ ਥਾਣੇ ਦੇ ਵਿੱਚ ਉਹਦੀ ਸੁਪਰਵਿਜ਼ਨ ਦੇ ਥੱਲੇ ਹੋਇਆ ਤਾਂ ਉਹ ਉਹਨਾਂ ਜ਼ਿੰਮੇਵਾਰ ਆ, ਇਸ ਕਰਕੇ ਉਹਨੂੰ ਉਹ ਬਚਾ ਰਿਹਾ ਵਾ। ਦੂਜੇ ਨੰਬਰ ਤੇ ਬਚਾਉਣ ਵਾਲੇ ਪੋਲੀਟੀਕਲ ਲੀਡਰ ਨੇ, ਜਿਵੇਂ ਮੈਂ ਤੁਹਾਨੂੰ ਦੱਸਿਆ ਵੀ SHO ਗੁਰਿੰਦਰ ਸਿੰਘ ਵੱਲ ਪਰਚਾ ਦਰਜ ਹੋਣ ਤੋਂ ਪਹਿਲਾਂ ਇਹ ਸਾਰੇ ਦਾ ਸਾਰਾ ਟਾਈਮ ਪਟਿਆਲੇ ਰਿਹਾ ਵਾ। ਉੱਥੇ ਸਿਰਫ SHO ਨਹੀਂ ਲੱਗਿਆ ਰਿਹਾ, ਉਹਨੂੰ ਪ੍ਰਮੋਸ਼ਨ ਵੀ ਉੱਥੇ ਹੀ ਮਿਲੀ। ਤੇ ਇਹ ਜਿਹੜਾ ਮੋਤੀ ਮਹਿਲ ਆ ਉਹਦੀ ਰੱਖਿਆ ਕਰਦਾ ਰਿਹਾ ਵਾ। ਕੈਪਟਨ ਅਮਰਿੰਦਰ ਸਿੰਘ, ਮਹਾਰਾਣੀ ਪ੍ਰਨੀਤ ਕੌਰ ਦੇ ਨਾਂ ਦੇ ਉੱਤੇ ਫੋਨ ਜਾਂਦੇ ਰਹੇ ਆ। ਮੋਤੀ ਮਹਿਲ 'ਚੋਂ ਫੋਨ, ਜੇ ਤੁਸੀਂ ਕਾਲ ਰਿਕਾਰਡਿੰਗ ਕਢਾ ਲਓ, ਮੋਤੀ ਮਹਿਲ 'ਚੋਂ ਫੋਨ ਜਾਂਦੇ ਰਹੇ ਆ ਵੀ ਇਹਦੇ ਤੇ ਕੋਈ ਕਾਰਵਾਈ ਨਹੀਂ ਕਰਨੀ ਗੀ। ਕਹਿਣ ਦਾ ਮਤਲਬ ਕਿ ਸਾਰੇ ਉਹਦੇ ਰਕਸ਼ਕ ਨੇ। ਕਿਉਂ ਨੇ ਰਕਸ਼ਕ? ਕਿਉਂਕਿ ਸਾਨੂੰ ਪਤਾ ਵੀ ਸਾਡਾ ਜਿਹੜਾ ਸਿਸਟਮ ਆ, ਇਸ ਸਿਸਟਮ ਦੇ ਵਿੱਚ SHO ਤੋਂ ਲੈ ਕੇ DGP ਤੱਕ ਇਹ ਆਪਦੀ ਮਰਜ਼ੀ ਦੇ ਲਾਉਂਦੇ ਆ, ਜਿਨ੍ਹਾਂ ਤੋਂ ਇਹਨਾਂ ਨੇ ਜਾਇਜ਼ ਨਜਾਇਜ਼ ਗਲਤ ਕੰਮ ਕਰਾਉਣੇ ਹੁੰਦੇ ਆ। ਇੱਥੇ ਕਾਨੂੰਨ ਤੇ ਸੰਵਿਧਾਨ ਮੁਤਾਬਕ, ਸੀਨੀਅਰਟੀ ਮੁਤਾਬਕ ਤਾਂ ਕੁਝ ਲੱਗਦਾ ਹੀ ਨਹੀਂਗਾ। ਇੱਥੇ ਤਾਂ ਆਪਦੀ ਮਰਜ਼ੀ ਦੇ ਲਾਏ ਜਾਂਦੇ ਆ। ਮਰਜ਼ੀ ਦੇ ਕਿਉਂ ਲਾਏ ਜਾਂਦੇ ਆ? ਉਹਨਾਂ ਤੋਂ ਗਲਤ ਕੰਮ ਕਰਾਏ ਜਾਂਦੇ ਆ। ਜਿਹੜੇ ਗਲਤ ਕੰਮ ਕਰਨ ਵਾਲੇ ਆ ਉਹਨਾਂ ਦੀ ਰੱਖਿਆ ਵੀ ਫਿਰ ਇਹਨਾਂ ਨਹੀਂ ਕਰਨੀ। ਤੁਹਾਡੇ ਤੇ ਕਿਉਂ ਹੀ ਇਲਜ਼ਾਮ ਲੱਗੇ? ਕਿਉਂ ਤੁਹਾਨੂੰ ਹੀ ਕਿਉਂ ਇਸ ਚੀਜ਼ 'ਚ ਇਨਵੋਲਵ ਕੀਤਾ ਗਿਆ? ਕਿ ਖੁੰਦਕ ਕੱਢੀ ਕਿ ਤੁਹਾਡੇ ਤੇ, ਕਿ ਤੁਹਾਡੀ ਵੀ ਕੋਈ ਪੁਰਾਣੀ ਰੰਜਿਸ਼ ਸੀ? ਦੇਖੋ, ਵੈਸੇ ਤਾਂ ਨਿੱਜੀ ਤੌਰ ਦੇ ਉੱਤੇ ਮੇਰੇ ਨਾਲ ਖੁੰਦਕ ਇਹ ਸੀ ਕਿ ਵੀ ਇਹ ਜਗਰਾਓਂ SHO ਜਿਹੜੇ ਥਾਣੇ ਦਾ ਸੀ, ਉਹ ਥਾਣਾ ਉਦੋਂ ਹੈ ਨਹੀਂ ਸੀਗਾ ਤੇ ਇਹ ਉੱਥੇ ਅਤਿਆਚਾਰ ਕਰਦਾ ਸੀ ਤੇ ਅਸੀਂ ਅਤਿਆਚਾਰਾਂ ਦੇ ਖਿਲਾਫ ਬੋਲਦੇ ਸੀ ਤੇ ਅਸੀਂ ਇਹਦੀਆਂ ਅੱਖਾਂ 'ਚ ਰੜਕਦੇ ਸੀ। ਪਰ ਇਹ ਕਹਿਣਾ ਵੀ ਗਲਤ ਆ ਕਿ ਉਹਨੇ ਮੇਰੇ ਇਕੱਲੇ ਨਾਲ ਹੀ ਐਂ ਕੀਤਾ। 7 ਕੇਸ ਨੇ ਮੈਥੋਂ ਬਿਨਾ। ਇਹ SHO ਭਾਦਸੋਂ ਲੱਗਿਆ ਹੁੰਦਾ ਸੀ ਤਾਂ ਇਹਨੇ ਇੱਕ ਨੌਜਵਾਨ ਮੁੰਡਾ ਚੱਕ ਲਿਆ, ਉਹਦਾ ਕੁੱਟ-ਕੁੱਟ ਕੇ ਕੰਨ ਪਾੜਤਾ। ਉਹ ਅਦਾਲਤ ਦੇ ਵਿੱਚ ਕੇਸ ਚੱਲਦਾ ਇਹਦੇ ਤੇ, ਉਹਦੇ ਵਿੱਚ ਇਹਨੂੰ ਜਲਦੀ ਸਜ਼ਾ ਹੋਣ ਜਾ ਰਹੀ ਆ। ਉਹਦੇ ਵਿੱਚ ਅਦਾਲਤ ਨੇ ਚਾਰਜ ਵੀ ਫਰੇਮ ਕਰਤਾ। ਇਹ ਤੋਂ ਬਿਨਾ ਇਹ ਸਮਰਾਲੇ SHO ਲੱਗਿਆ ਸੀ। ਸਿੰਘਾਂ ਵਾਲੀ ਸਲੌਦੀ ਇੱਕ ਪਿੰਡ ਪੈਂਦਾ ਸਮਰਾਲੇ ਥਾਣੇ ਦੀ। ਉੱਥੇ ਇੱਕ ਗਰੀਬ ਬੰਦਾ, ਕੋਈ ਬਜ਼ੁਰਗ ਬੰਦਾ, ਓਮ ਪ੍ਰਕਾਸ਼, ਉਹਨੇ ਉਹਦਾ ਪਲਾਟ ਵੇਚਿਆ 21 ਲੱਖ ਰੁਪਏ ਦਾ। ਇਹਨੂੰ ਪਤਾ ਲੱਗ ਗਿਆ, ਰਾਤ ਨੂੰ 21 ਲੱਖ ਰੁਪਏ ਸਮੇਤ ਉਹਨੂੰ ਚੱਕ ਕੇ ਲੈ ਗਿਆ। ਰਾਤ ਨੂੰ, ਸਾਰੀ ਰਾਤ ਨੂੰ ਨੰਗਾ ਖੜਾ ਰੱਖਿਆ। ਤੜਕੇ 4-5 ਵਜੇ ਹਾਈ ਕੋਰਟ ਦੇ ਬ੍ਰਾਂਚ ਅਫਸਰ ਦੀ ਰੇਡ ਉਹਦੇ ਪਰਿਵਾਰ ਨੇ ਪਵਾਈ, ਉਹ ਬਚ ਗਿਆ, ਛਡਾ ਲਿਆ ਉਹਨੂੰ। ਹੁਣ ਥੋੜਾ ਟਾਈਮ ਪਹਿਲਾਂ ਉਹ ਹਾਈ ਕੋਰਟ ਨੇ 21 ਲੱਖ ਰੁਪਈਆ ਵਾਪਸ ਕਰਾਇਆ। ਬਾਕੀ ਕੇਸ ਅਜੇ ਚੱਲਦਾ ਵਾ। ਇਹ ਕੱਲਾ ਮੇਰਾ ਕੇਸ ਨਹੀਂ, ਹੋਰ ਬਹੁਤ ਸਾਰੇ ਕੇਸ ਆ। ਕਈ ਮਰਡਰ ਕੀਤੇ ਨੇ ਇਹਨੇ, ਉਹਨਾਂ ਦੇ ਕੇਸ ਵੀ ਅਜੇ ਸ਼ਿਕਾਇਤਾਂ ਨੇ। ਮੇਰੇ ਕੋਲ RTI ਦੇ ਵਿੱਚ ਕਢਾਇਆ ਹੋਇਆ ਰਿਕਾਰਡ ਆ। ਬਹੁਤ ਸਾਰੇ ਲੋਕ ਨਹੀਂ ਵੀ ਬੋਲਦੇ, ਪਰ ਇਹ ਕੱਲਾ ਕੇਸ ਮੇਰਾ ਨਹੀਂ, ਹੋਰ ਵੀ ਬਹੁਤ ਸਾਰੇ। ਤੁਹਾਨੂੰ ਸਵਾਲ ਹੈ ਕਿ ਜਿਵੇਂ ਇਹਨਾਂ ਨੇ ਕਿਹਾ FIR ਦਰਜ ਹੋ ਚੁੱਕੀ ਹੈ, ਅਰੈਸਟ ਕਿਉਂ ਨਹੀਂ ਪਾ ਦੇ? ਇਸ ਚੀਜ਼ ਲੀਗਲ ਕੋਰਟ ਵਿੱਚ ਜਾਓਗੇ, ਕੀ ਕਰੋਗੇ ਅੱਗੇ ਜੇ ਅਰੈਸਟ ਨਹੀਂ ਪਾ ਦੀ ਪੁਲਿਸ? ਕੀ ਐਕਸ਼ਨ ਹੋ ਸਕਦਾ ਜੇ ਸੰਵਿਧਾਨ ਦੇ ਤਹਿਤ ਗੱਲ ਕਰੀਏ? ਜੀ ਸਰ, ਐਜ਼ ਪਰ ਲਾਅ ਇਹਦਾ ਸਟੇਟਸ ਰਿਪੋਰਟ ਜਿਹੜੇ ਮੈਜਿਸਟ੍ਰੇਟ ਆ ਉਹ ਮੰਗਵਾ ਸਕਦੇ ਆ ਵੀ ਤੁਸੀਂ ਇਹਦੇ ਵਿੱਚ ਅੱਜ ਤੱਕ ਹੁਣ ਤੱਕ ਕੀਤਾ ਕੀ ਆ। ਠੀਕ ਹੈ ਜੀ, ਕਿਉਂਕਿ ਹਾਈ ਕੋਰਟ ਡਾਇਰੈਕਟ ਅਪਰੋਚ ਕਰਨਾ ਹਰ ਕੇਸ ਦੇ ਵਿੱਚ ਹਾਈ ਕੋਰਟ ਦੇ ਉੱਤੇ ਪਹਿਲਾਂ ਹੀ ਪੈਂਡੈਂਸੀ ਬਹੁਤ ਆ, ਤਾਂ ਕਰਕੇ ਇੱਕ ਮੈਜਿਸਟ੍ਰੇਟ ਕੋਲੇ ਪਾਵਰ ਹੈ ਵੀ ਉਹ ਸਟੇਟਸ ਰਿਪੋਰਟ ਮੰਗਾ ਸਕਦਾ। ਪਰ ਇੱਥੇ ਇਹਨਾਂ ਕੋਲੇ ਫਿਰ ਉੱਥੇ ਹੀ ਗੱਲ ਆ ਜਾਂਦੀ ਆ ਵੀ ਇਹਨਾਂ ਕੋਲ ਇੱਕੋ ਹੀ ਜਵਾਬ ਆ ਜੀ, ਦੀ ਮੈਟਰ ਇਜ਼ ਅੰਡਰ ਇਨਵੈਸਟੀਗੇਸ਼ਨ। ਇਨਵੈਸਟੀਗੇਸ਼ਨ ਤੋਂ ਭਾਵ ਇਹ ਆ ਵੀ ਅਸੀਂ ਹਜੇ ਜੀ ਕਰ ਰਹੇ ਆ। ਉੱਥੇ ਵੀ ਤੁਹਾਨੂੰ ਪਤਾ ਜੀ ਅਦਾਲਤਾਂ 'ਚ ਵੀ ਡਿਲੇ ਬਹੁਤ ਚਲੇ ਜਾਂਦਾ। ਪਰ ਇੱਥੇ ਆ ਜਾਂਦੀ ਆ ਵੀ ਤੁਸੀਂ ਉਹਨੂੰ ਫਾਰਮਲ ਬੁਲਾਓ ਤਾਂ ਸਹੀ, ਉਹਨੂੰ ਪਤਾ ਤਾਂ ਲੱਗੇ ਮੇਰੇ ਖਿਲਾਫ ਇੱਕ ਪਰਚਾ ਦਰਜ ਹੋਇਆ ਵੀ ਮੈਂ ਉੱਥੇ ਜਾ ਕੇ ਇਨਵੈਸਟੀਗੇਸ਼ਨ ਜੁਆਇਨ ਕਰਨੀ ਆ। ਪਰਚਾ ਦਰਜ ਕਦੋਂ ਹੋਇਆ ਸੀ? ਪਰਚਾ ਦਰਜ ਸਰ 12ਵੇਂ ਮਹੀਨੇ 11 ਦਸੰਬਰ 2021 ਦੀ। ਠੀਕ ਹੈ ਜੀ, ਉਦੋਂ ਬਾਅਦ ਚੋਂ ਇੰਨਾ ਲੰਬਾ ਟਾਈਮ ਲੰਘ ਗਿਆ। ਸਗੋਂ ਇਹ ਫਾਈਲ ਨਾ ਪਹਿਲਾਂ ਚੰਡੀਗੜ੍ਹ ਤੋਂ ਜਗਰਾਓਂ ਤੋਂ SHO ਤੋਂ ਫਿਰ DSP ਐਂ ਘੁੰਮੀ ਜਾ ਰਹੀ ਹੈ ਵੀ ਐਕਚੁਅਲ 'ਚ ਸ਼ੁਰੂ ਹੀ ਨਹੀਂ ਹੋਇਆ ਕੰਮ। ਕਹਿਣ ਦਾ ਭਾਵ ਇਹ ਆ ਵੀ ਪੁਲਿਸ ਹਰ ਕੋਸ਼ਿਸ਼ ਕਰਦੀ ਆ ਆਪਦੇ ਮੁਲਾਜ਼ਮ ਨੂੰ ਬਚਾਉਣ ਦੇ ਲਈ। ਉੱਥੇ ਆ ਜਾਂਦਾ ਅਦਾਲਤ ਦਾ ਪਾਰਟ। ਹੁਣ ਅਦਾਲਤ ਸਾਡੇ ਕੋਲ ਲਾਸਟ ਆਪਸ਼ਨ ਕੋਰਟ ਹੀ ਰਹਿ ਜਾਂਦੀ ਆ। ਪਰ ਗੱਲ ਉੱਥੇ ਆ ਜਾਂਦੀ ਆ ਵੀ ਇਨਸਾਫ ਪੁਲਿਸ ਜਾਂ ਸਰਕਾਰ ਤੋਂ ਅਸੀਂ ਮੰਗਦੇ ਰਹੇ ਜਾਂਦੇ ਹਾਂ। ਅਲਟੀਮੇਟਲੀ ਸਾਨੂੰ ਅਦਾਲਤ ਹੀ, ਆਪਾਂ ਕਈ ਕੇਸਾਂ 'ਚ ਦੇਖਿਆ ਵੀ 25-25 30-30 ਸਾਲ ਬਾਅਦ ਜਾ ਕੇ ਸਜ਼ਾਵਾਂ ਹੁੰਦੀਆਂ ਵੀ ਇਹ ਮੁੰਡੇ ਮਾਰਤੇ ਸੀ ਜੀ, ਇਹਨਾਂ ਨੇ ਚੱਕ ਕੇ ਘਰੋਂ ਟੌਰਚਰ ਕੀਤੇ ਸੀਗੇ। ਤੇ ਜੇ ਸਾਨੂੰ ਅਦਾਲਤ ਤੋਂ ਹੀ ਇਕੱਲੀ ਆਸ ਰਹਿ ਗਈ ਤਾਂ ਬਾਕੀ ਸਿਸਟਮ ਦਾ ਕੋਈ ਫਾਇਦਾ ਨਹੀਂ ਜੀ। ਕੌਣ ਪ੍ਰੋਟੈਸਟ 'ਤੇ ਬੈਠਾ? ਤੁਸੀਂ ਕਹਿੰਦੇ ਸੀ ਕਿ ਜਗਰਾਓਂ ਸਿਟੀ ਪ੍ਰੋਟੈਸਟ ਕਰਦੇ। ਹੁਣ ਤੁਹਾਡੇ ਪਰਿਵਾਰ 'ਚ ਕਿਹੜੇ ਬੰਦੇ ਪ੍ਰੋਟੈਸਟ ਕਰਦੇ ਨੇ? ਮਾਤਾ ਮੇਰੀ 70-75 ਸਾਲ ਦੀ, ਉਹ ਭੁੱਖ ਹੜਤਾਲ ਤੇ ਬੈਠੀ ਆ ਥਾਣਾ ਸਿਟੀ ਜਗਰਾਓਂ ਮੂਹਰੇ ਪਿਛਲੇ 20-22 ਦਿਨਾਂ ਤੋਂ। ਮੇਰੇ ਨਾਲ ਸਾਡੀਆਂ ਜਿਹੜੀਆਂ ਕਿਸਾਨ ਮਜ਼ਦੂਰ ਜਥੇਬੰਦੀਆਂ ਇਲਾਕੇ ਦੀਆਂ, ਕਿਰਤੀ ਕਿਸਾਨ ਯੂਨੀਅਨ, ਨੌਜਵਾਨ ਵਿੰਗ, ਯੂਥ ਵਿੰਗ, ਇਹ ਸਾਰੇ ਉੱਥੇ ਲਗਾਤਾਰ ਮੇਰਾ ਖਿਆਲ 28-29 ਦਿਨ ਹੋ ਚੱਲੇ ਆ ਉੱਥੇ ਧਰਨੇ ਤੇ ਬੈਠੇ ਆ। ਦਿਨ ਪਰ ਰਾਤ ਅਣਮਿੱਥੇ ਸਮੇਂ ਦਾ ਧਰਨਾ ਵਾ। ਵੱਡੇ ਪ੍ਰੋਟੈਸਟ ਵੀ ਅਸੀਂ ਕੀਤੇ ਆ, ਅੱਗੇ ਵੀ ਕਰਾਂਗੇ। ਸਾਡੇ ਪ੍ਰਧਾਨ ਜੀ ਨਾਲ ਨੇ, ਉਹ ਅਗਲਾ ਐਕਸ਼ਨ ਪ੍ਰੋਗਰਾਮ ਉਹ ਉਲੀਕ ਰਹੇ ਆ। ਹਾਲ ਦੀ ਘੜੀ ਅਸੀਂ ਉੱਥੇ ਬੈਠੇ ਆ। ਅੱਗੇ ਜੋ ਸਾਂਝਾ ਫੈਸਲਾ ਸਾਰੀਆਂ ਜਥੇਬੰਦੀਆਂ ਦਾ ਹੋਊਗਾ, ਉਹਦੇ ਮੁਤਾਬਕ ਜਿਹੜਾ ਸੰਘਰਸ਼ ਆ ਉਹਦਾ ਦਾਇਰਾ ਤੇ ਘੇਰਾ ਅੱਗੇ ਵਧਾਵਾਂਗੇ। ਇਨਸਾਫ ਲੈ ਕੇ ਦਵੋਗੇ? ਚੱਲਦਾ ਰਹੇ ਕਦੋਂ ਹੀ ਪ੍ਰੋਟੈਸਟ? ਇਨਸਾਫ ਲੈਣ ਤੱਕ ਇਹ ਸਾਰੇ ਸੰਘਰਸ਼ ਚੱਲਦੇ ਰਹਿਣਗੇ। ਤੁਸੀਂ ਸਾਰੀ ਗੱਲ ਬਸ ਸੁਣੀਏ। ਸਾਡੇ ਨਾਲ ਮੌਜੂਦ ਸਨ ਇਕਬਾਲ ਤੇ ਉਹਨਾਂ ਦੇ ਵਕੀਲ ਵੀ ਮੌਜੂਦ ਸਨ। ਬਾਰ-ਬਾਰ ਇਹੀ ਜ਼ਿਕਰ ਆਉਂਦਾ ਕਿ ਪੁਲਿਸ ਤਸ਼ੱਦਦ ਕਰਦੀ
ਤੋਂ ਬਾਅਦ ਕਈ ਪੁਲਿਸ ਵਾਲਿਆਂ ਦੇ ਉੱਤੇ ਮੁਕੱਦਮੇ ਦਰਜ ਹੋਏ ਨੇ, ਕਈ ਜੇਲ੍ਹ ਵੀ ਗਏ ਨੇ, ਪਰ ਇਹ ਮੁਕੱਦਮਾ ਸਨ 2004-5 ਵਿੱਚ ਸ਼ੁਰੂ ਹੁੰਦਾ ਹੈ। 12 ਸਾਲ ਹੋ ਗਏ ਨੇ, ਹੁਣ ਤੱਕ ਇਨਸਾਫ ਨਹੀਂ ਮਿਲਿਆ। ਬਕਾਇਦਾ ਕਿ ਪਿਛਲੇ ਸਾਲ ਐਫਆਈਆਰ ਵੀ ਦਰਜ ਹੋ ਜਾਂਦੀ ਹੈ, ਪਰ ਉਹ ਫਾਈਲਾਂ ਦੇ ਉੱਤੋਂ ਮਿੱਟੀ ਵੀ ਨਹੀਂ ਚੁੱਕੀ ਗਈ। ਫਾਈਲਾਂ ਘੁੰਮਦੀਆਂ ਨੇ ਚੰਡੀਗੜ੍ਹ ਤੋਂ ਜਗਰਾਉਂ, ਜਗਰਾਉਂ ਤੋਂ ਐਸਐਸਪੀ, ਡੀਐਸਪੀ, ਪਰ ਕਿਤੇ ਵੀ ਉਸ ਜਿਨ੍ਹਾਂ ਅਫਸਰਾਂ ਦੇ ਉੱਤੇ ਕਾਰਵਾਈ ਹੋਈ ਸੀ ਮੁਕੱਦਮਾ ਦਰਜ ਹੈ, ਹੁਣ ਤੱਕ ਬੁਲਾਇਆ ਵੀ ਨਹੀਂ ਗਿਆ। ਤਾਂ ਮੀਡੀਆ ਦਾ ਸਹਾਰਾ ਲੈ ਰਹੇ ਨੇ ਤੇ ਅੱਗੇ ਸੀਐਮ ਸਾਹਿਬ ਨੂੰ, ਆਮ ਆਦਮੀ ਪਾਰਟੀ ਸੱਤਾ ਵਿੱਚ ਹੈਗੀ ਹੈ, ਮੁੱਖ ਮੰਤਰੀ ਭਗਵੰਤ ਮਾਨ ਨੂੰ ਕਹਿ ਰਹੇ ਨੇ ਕਿ ਇਨਸਾਫ ਦਿਲਾਨ। ਪਿਛਲੇ ਕਾਫੀ ਲੰਮੇ ਸਮੇਂ ਤੋਂ ਹਰ ਇੱਕ ਦਾ ਦਰਵਾਜ਼ਾ ਖਟਖਟਾ ਕੇ ਦੇਖਿਆ, ਪਰ ਇਨਸਾਫ ਨਹੀਂ ਮਿਲਿਆ। ਤਾਂ ਦੇਖਾਂਗੇ ਕਿ ਇਸ ਸਰਕਾਰ ਵਿੱਚ ਇਨਸਾਫ ਮਿਲੂਗਾ ਜਾਂ ਇਸੇ ਤਰੀਕੇ ਨਾਲ ਇਹ ਮਾਮਲਾ ਲਟਕਦਾ ਆਊਗਾ।